पीटीसी न्यूज़ इस खास पेशकश ਵਿੱਚ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਖਾਸ ਰਿਪੋਰਟ ਲੈ ਕੇ ਮੈਂ ਸ਼ਿਖਾ ਦੁਰੀਆ ਹਾਜ਼ਰ ਹਾਂ। ਆਖਿਰਕਾਰ ਉਹ ਵਕਤ ਆ ਹੀ ਗਿਆ ਹੈ ਜਦ ਅੰਤਰਰਾਸ਼ਟਰੀ ਮੰਚ ਤੇ ਹਰ ਇੱਕ ਮੁਲਕ ਵੱਲੋਂ ਇਹ ਮੰਨਿਆ ਗਿਆ ਕਿ ਸੂਰਜੀ ਊਰਜਾ ਹੀ ਸਾਡੀ ਭਵਿੱਖੀ ਊਰਜਾ ਦਾ ਸਰੋਤ ਬਣ ਸਕਦਾ ਹੈ ਔਰ ਇਸ ਲਈ ਅੱਜ ਹੀ ਇਸ ਨੂੰ ਸੁਰੱਖਿਅਤ ਕੀਤੇ ਜਾਣ ਦੇ ਉਪਰਾਲੇ ਸ਼ੁਰੂ ਹੋ ਜਾਣੇ ਚਾਹੀਦੇ। ਕੁਝ ਇਸੇ ਵਿਚਾਰ ਦੇ ਨਾਲ ਗੁੜਗਾਉਂ ਵਿਖੇ ਹਾਲ ਹੀ ਦੇ ਵਿੱਚ ISA ਨੂੰ ਸਥਾਪਿਤ ਕਰਨ ਲਈ ਨੀਂਹ ਪੱਥਰ ਰੱਖਿਆ ਗਿਆ। ISA यानी कि इंटरनेशनल सोलर अलायंस, जिस हेठ ਵੱਖ-ਵੱਖ मुल्क आके सूरजी ऊर्जा ਨੂੰ ਸੁਰੱਖਿਅਤ ਕੀਤੇ ਜਾਣ ਲਈ फैसले लैणगे, उस बारे विचार करनगे कि किस तरीके नाल सूरजी ऊर्जा भविख विच साडा एक महत्वपूर्ण एक मुख स्रोत बन सकती है ऊर्जा वजों। किस तरीके नाल भारत हैडक्वार्टर बन चुका है सूरजी ऊर्जा के खेत्र दे विच अंतरराष्ट्री मंच ते इन्नी इंपॉर्टेंट थां जो है भारत नूं मिली है। और खास गल यह है कि उत्तर भारत नूं किस तरीके के फायदे पहुंचण की उम्मीद है गुड़गांव दे विच शुरू होने वाले इस ISA दे नाल साडी आज इस रिपोर्ट दे विच नज़र पावांगे। ਵੱਧ ਰਹੀ ਗਲੋਬਲ ਵਾਰਮਿੰਗ ਦੇ ਅਸਰ ਨੂੰ ਘੱਟ ਕਰਨ ਦੇ ਮਕਸਦ ਨਾਲ ਸਾਲ 2015 ਦੇ ਆਖਿਰ ਵਿੱਚ ਪੈਰਿਸ ਵਿਖੇ ਹੋਏ ਅੰਤਰਰਾਸ਼ਟਰੀ ਜਲਵਾਯੂ ਸੰਮੇਲਨ ਦੌਰਾਨ ਅੰਤਰਰਾਸ਼ਟਰੀ ਮੁਲਕਾਂ ਵਿਚਕਾਰ ਇੱਕ ਕਰਾਰ ਇਹ ਵੀ ਹੋਇਆ ਕਿ ਸਾਂਝੇ ਮੰਚ ਤੇ ਆ ਕੇ ਸੌਰ ਊਰਜਾ ਦੇ ਖੇਤਰ ਵਿੱਚ ਵੀ ਕੁਝ ਕੀਤਾ ਜਾਵੇ, ਕਿਉਂਕਿ ਸੌਰ ਊਰਜਾ ਭਵਿੱਖੀ ਊਰਜਾ ਦਾ ਉਹ ਸਾਧਨ ਹੈ ਜਿਸ ਦਾ ਲਾਹਾ ਗਰਮ ਮੁਲਕ ਸਦੀਆਂ ਤੱਕ ਲੈ ਸਕਦੇ ਨੇ, ਉਹ ਵੀ ਉਦੋਂ ਜਦ ਸਾਡੇ ਦੂਜੇ ਜੈਵਿਕ ਇੰਧਨ ਲਗਭਗ ਹੌਲੀ-ਹੌਲੀ ਖਤਮ ਹੁੰਦੇ ਜਾ ਰਹੇ ਨੇ। ਅਜਿਹੇ ਵਿੱਚ ਪੈਰਿਸ ਵਿਖੇ 30 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਫਰਾਂਸੋਆ ਔਲਾਂਦ ਵੱਲੋਂ ਭਾਰਤ ਵਿਖੇ ਅੰਤਰਰਾਸ਼ਟਰੀ ਸੌਰ ਗੱਠਜੋੜ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ, ਜਿਸ ਦੀ ਰਸਮੀ ਸ਼ੁਰੂਆਤ 25 ਜਨਵਰੀ ਨੂੰ ਗੁੜਗਾਉਂ ਵਿਖੇ ਕੀਤੀ ਗਈ, ਜਦ ਫਰਾਂਸੋਆ ਔਲਾਂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨੈਸ਼ਨਲ ਇੰਸਟੀਚਿਊਟ ਆਫ ਸੋਲਰ ਐਨਰਜੀ ਵਿਖੇ ISA ਬਿਲਡਿੰਗ ਦਾ ਨੀਂਹ ਪੱਥਰ ਰੱਖਣ ਪਹੁੰਚੇ। ਇਸ ਮੌਕੇ ਆਪਣੇ ਸੰਬੋਧਨ ਵਿਖੇ ਪ੍ਰਧਾਨ ਮੰਤਰੀ ਮੋਦੀ ਦਾ ਕਹਿਣਾ ਰਿਹਾ ਕਿ ਭਾਰਤ ਵੱਲੋਂ ਸੌਰ ਊਰਜਾ ਦੇ ਖੇਤਰ ਵਿੱਚ ਲਏ ਗਏ ਇਸ ਸੁਪਨੇ ਨੂੰ ਪਹਿਲਾਂ ਫਰਾਂਸ ਦਾ ਸਾਥ ਮਿਲਿਆ ਤੇ ਫਿਰ ਹੌਲੀ-ਹੌਲੀ 121 ਹੋਰ ਮੁਲਕਾਂ ਨੇ ਸਾਂਝੇ ਮੰਚ ਤੇ ਆ ਕੇ ਇਸ ਗੱਠਜੋੜ ਦਾ ਹਿੱਸਾ ਬਣਨ ਦਾ ਕਰਾਰ ਕੀਤਾ, ਜੋ ਸੌਰ ਊਰਜਾ ਨੂੰ ਅੰਤਰਰਾਸ਼ਟਰੀ ਤੌਰ ਤੇ ਮੁੱਖ ਊਰਜਾ ਬਣਾਉਣ ਦੇ ਇਛੁਕ ਨੇ। ਫਿਲਹਾਲ ISA ਦੇ ਤੌਰ ਤੇ ਭਾਰਤ ਵਿੱਚ ਇਸ ਗੱਠਜੋੜ ਦਾ ਮੁੱਖ ਹੈਡਕੁਆਰਟਰ ਬਣਨ ਜਾ ਰਿਹਾ ਹੈ, जिस हेठ सौर ऊर्जा की सारी रिसर्च, मुख्य मुद्दे ते फैसले विचारे जाएंगे। भारत ने एक विचार रखा विश्व के सामने कि अगर पेट्रोलियम पैदावार करने वाले देश इकट्ठे हो सकते हैं, अफ्रीकन कंट्रीज एक हो सकते हैं, यूरोपियन कंट्रीज एक हो सकते हैं, क्यों न दुनिया में ऐसे देशों का संगठन खड़ा किया जाए जिन देशों में 300 दिवस से ज्यादा वर्ष में सूर्य का प्रकाश उपलब्ध होता है। ये सूर्य ये बहुत बड़ी शक्ति का स्रोत है, सारा जीवन को चलाने में, सृष्टि को चलाने में सूर्य की अहम भूमिका है। क्यों न हम उसको एक ताकत के रूप में स्वीकार करके विश्व कल्याण का रास्ता खोजें। 300 से अधिक दिवस सूर्य का लाभ मिलता है, ऐसे दुनिया में करीब करीब 122 देश हैं, और इसलिए विचार आया क्यों न हम 122 देशों का जो कि सूर्य शक्ति से प्रभावित है उनका एक संगठन करे। भारत ने इच्छा प्रकट की, फ्रांस के राष्ट्रपति जी ने मेरी पूरी मदद की, हम कंधे से कंधा मिलाकर के चले, दुनिया के देशों का संपर्क किया और नवंबर महीने में पेरिस में जब कॉन्फ्रेंस चल रही थी, 30 नवंबर को दुनिया के सभी राष्ट्रों के मुखिया उस समारोह में मौजूद थे और एक इंटरनेशनल सोलर अलायंस इस नाम की संस्था का जन्म हुआ। उसमें इस बात का निर्णय हुआ कि इसका ग्लोबल सेक्रेटेरिएट हिंदुस्तान में रहेगा। ये इंटरनेशनल सोलर अलायंस, इसका हेडक्वार्टर
गुड़गांव में बन रहा है। ਹੁਣ ਗੱਲ ਕਰਦੇ ਹਾਂ ਕਿ ਇਸ ਹੈੱਡਕੁਆਰਟਰ ਦੇ ਭਾਰਤ ਵਿੱਚ ਖੁੱਲ੍ਹਣ ਦੇ ਕੀ ਫਾਇਦੇ ਭਾਰਤ ਖਾਸ ਕਰ ਉੱਤਰ ਭਾਰਤ ਨੂੰ ਮਿਲਣਗੇ। ਇਸ ਬਾਰੇ ਵੱਖੋ ਵੱਖਰੇ ਸੌਰ ਮਾਹਿਰ ਕੀ ਕਹਿੰਦੇ ਨੇ, ਆਓ ਜਾਣਦੇ ਹਾਂ। ਚੰਡੀਗੜ੍ਹ ਦੇ ਚੀਫ ਕੰਜ਼ਰਵੇਟਰ ਸੰਤੋਸ਼ ਕੁਮਾਰ ਵੀ ਪੈਰਿਸ ਵਿਖੇ ਹੋਈ ਇਸ ਅੰਤਰਰਾਸ਼ਟਰੀ ਜਲਵਾਯੂ ਸੰਮੇਲਨ ਦਾ ਹਿੱਸਾ ਬਣੇ ਸਨ ਤੇ ਇਸ ਮੌਕੇ ਚੰਡੀਗੜ੍ਹ ਵੱਲੋਂ ਸੌਰ ਊਰਜਾ ਦੇ ਖੇਤਰ ਵਿੱਚ ਕੀਤੇ ਕੰਮਾਂ ਨੂੰ ਪ੍ਰਦਰਸ਼ਿਤ ਕਰਨ ਦਾ ਵੀ ਮੌਕਾ ਚੰਡੀਗੜ੍ਹ ਨੂੰ ਹਾਸਿਲ ਹੋਇਆ। ਫਿਲਹਾਲ ਭਾਰਤ ਵੱਲੋਂ ਸੌਰ ਊਰਜਾ ਦੇ ਖੇਤਰ ਵਿੱਚ ਤੇਜ਼ੀ ਨਾਲ ਵਧਾਏ ਜਾ ਰਹੇ ਕਦਮਾਂ ਤੇ ਸੰਤੋਸ਼ ਕੁਮਾਰ ਦਾ ਕਹਿਣਾ ਹੈ ਕਿ ISA ਦੀ ਸ਼ੁਰੂਆਤ ਦੇ ਨਾਲ ਹੀ ਭਾਰਤ ਸਰਕਾਰ ਵੱਲੋਂ ਸੌਰ ਊਰਜਾ ਦੇ ਖੇਤਰ ਵਿੱਚ ਆਪਣੇ ਟਾਰਗੇਟਸ ਨੂੰ ਹੋਰ ਵਧਾਇਆ ਗਿਆ ਹੈ ਅਤੇ ਇਸੇ ਤਰੀਕੇ ਨਾਲ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵੀ ਆਉਣ ਵਾਲੇ ਸਾਲਾਂ ਵਿੱਚ ਹੋਰ ਹੱਲਾਸ਼ੇਰੀ ਨਾਲ ਇਸ ਦਿਸ਼ਾ ਵੱਲ ਕੰਮ ਕੀਤਾ ਜਾਏਗਾ। देखिए, सबसे बड़ी बात तो ये बहुत खुशी की बात है कि प्राइम मिनिस्टर ने इनिशिएटिव ली और इस तरह की अलायंस की बात की गई है वर्ल्ड लेवल पे। अभी पेरिस में जबकि वर्ल्ड के सभी कंट्रीज़ मिले थे और प्राइम मिनिस्टर ने एक आह्वान किया सभी कंट्रीज़, क्योंकि वो सब कंट्रीज़ जो कि ट्रॉपिक ऑफ कैंसर के पास हैं और जहाँ पे 300 सनी डेज़ हैं, वो आपस में मिलें, एक संगठन बनाएं, एक प्रेशर ग्रुप बनाएं जो कि वर्ल्ड की जो इन्वायरमेंटल पॉलिसी है उनको भी एक प्रभावित करेंगे और साथ में आपस में जो है टेक्नोलॉजिकल एक्सचेंज हो या फाइनेंशियल एक्सचेंज हो वो करें। और ये सभी कंट्रीज़ हैं जहाँ पे काफ़ी मात्रा में धूप होती है और वो अपनी सोलर एनर्जी को बढ़ावा दें। तो नॉर्थ इंडिया तो इसमें आता ही है बिकॉज हमारे यहाँ भी 300 सनी डेज़ होते हैं, चंडीगढ़ इज़ ऑल्सो वन ऑफ देम। तो डेफिनेटली इससे फ़ायदे होंगे जो भी या तो फाइनेंशियल हों या टेक्नोलॉजिकल हों, और या हम दूसरे देशों के साथ सहयोग करें इस मैटर पे या उनसे फाइनेंशियल हेल्प लें, क्योंकि इसमें कई सारी कंट्रीज़ जो हैं वो डेवलप कंट्रीज़ हैं। तो ये एक बहुत ही अच्छी मुहिम है और हमें इसका स्वागत करना चाहिए। ਆਪਣੇ ਟਾਰਗੇਟਸ ਨੂੰ ਅਚੀਵ ਕਰਨ ਦੇ ਮਕਸਦ ਨਾਲ ਚੰਡੀਗੜ੍ਹ ਵੱਲੋਂ ਸੈਕਟਰ 39 ਵਾਟਰ ਵਰਕਸ ਵੱਲ ਇੱਕ ਸੋਲਰ ਪਲਾਂਟ ਲਗਾਇਆ ਜਾ ਰਿਹਾ ਹੈ, ਜਦਕਿ ISBT ਸੈਕਟਰ 17 ਵਿਖੇ 300 ਕਿਲੋਵਾਟ ਦਾ ਪ੍ਰੋਜੈਕਟ, ISBT ਸੈਕਟਰ 43 ਵਿਖੇ 200 ਕਿਲੋਵਾਟ ਦਾ ਪ੍ਰੋਜੈਕਟ ਤੇ ਨਵੀਂ ਬਣ ਰਹੀ ਮਲਟੀ ਲੈਵਲ ਪਾਰਕਿੰਗ ਵੱਲ ਵੀ 300 ਕਿਲੋਵਾਟ ਦਾ ਸੋਲਰ ਪਲਾਂਟ ਲਗਾਇਆ ਜਾ ਰਿਹਾ ਹੈ। ਅਤੇ ਹੁਣ ਤੱਕ ਦੇ ਪ੍ਰੋਜੈਕਟਾਂ ਦੀ ਗੱਲ ਕੀਤੀ ਜਾਏ ਤਾਂ ਚੰਡੀਗੜ੍ਹ ਕੁੱਲ 126 ਸਰਕਾਰੀ ਇਮਾਰਤਾਂ ਤੇ 28 ਘਰਾਂ ਤੇ ਲਗਾਏ ਗਏ ਸੋਲਰ ਪਲਾਂਟਾਂ ਦੇ ਰਾਹੀਂ 6.2 मेगावाट का टारगेट हासिल कर चुका है। प्राइम मिनिस्टर ने जो पहले 20,000 मेगावाट था बाय 2022 अचीव करने का, उसको अभी हमारी नई सरकार ने उसको 100 मेगावाट 100 गीगावाट यानी 100,000 मेगावाट दैट इज़ 1 लाख मेगावाट सोलर एनर्जी का टारगेट रखा है। तो ये अपने आप में 5 टाइम्स टारगेट है। और चंडीगढ़ का भी टारगेट जो पहले हमारा 10 मेगावाट था उसको अब 100 मेगावाट गवर्नमेंट ऑफ इंडिया ने किया है। मुझे ये बताते हुए खुशी है कि चंडीगढ़ के संदर्भ में हमने अभी तक एज ऑन टुडे 6.2 मेगावाट कमीशन कर दिए हैं ऑन 126 गवर्नमेंट बिल्डिंग्स पे। 126 गवर्नमेंट बिल्डिंग पे हमने 6.2 मेगावाट कमीशन कर दिया है और अनदर 20 बिल्डिंग्स पे ऑलमोस्ट समझिए कि 2 मेगावाट और, यानी कि बाय द एंड ऑफ दिस मार्च 2016 हमारा 9 मेगावाट कमीशन हो जाएगा। सो ये एक बहुत बड़ा अचीवमेंट है किसी सोलर सिटी के रूप में, और सोलर सिटी के रूप में हम नंबर 1 पोजीशन पे हैं। और नेक्स्ट ईयर अगेन हम 5 मेगावाट करना चाह रहे हैं। तो हमारा टारगेट है कि जो 100 मेगावाट का टारगेट हमें मिला है उसमें हमने ये रखा है कि 40 मेगावाट जो है हम गवर्नमेंट इंटरवेंशन से करेंगे, बचे हुए 20 मेगावाट जो सेंट्रल गवर्नमेंट के ऑफिसेज़ हैं यहाँ उन पे लगाए जाएंगे, और अनदर 40 मेगावाट जो है वो प्राइवेट सेक्टर में लोगों के घरों पे लगेंगे। उधर वध रहे सोलर ट्रेंड्स ਦਾ ਸਿੱਧਾ ਅਸਰ ਸੋਲਰ ਦੇ ਮੈਨੂਫੈਕਚਰਰਸ ਤੇ ਵੀ ਪਵੇਗਾ, ਜੋ ਕਿ ਸੋਲਰ ਮੈਨੂਫੈਕਚਰਿੰਗ ਪਲਾਂਟਸ ਖੋਲ੍ਹਣ ਲਈ ਉਤਸ਼ਾਹਿਤ ਹੋਣਗੇ। ਜੇਕਰ ਸਰਕਾਰ ਦੇ ਪ੍ਰਯਤਨਾਂ ਸਦਕਾ ਸੋਲਰ ਪੈਨਲਸ ਦੀ ਵਿਕਰੀ ਵਧੇਗੀ ਤੇ ਜ਼ਾਹਿਰ ਤੌਰ ਤੇ ਇਸ ਸਮੇਂ 85,000 ਰੁਪਏ ਪ੍ਰਤੀ ਕਿਲੋਵਾਟ ਦੀ ਕੀਮਤ ਨਾਲ ਮਿਲ ਰਹੇ ਸੋਲਰ ਪਲਾਂਟਸ ਦੀਆਂ ਕੀਮਤਾਂ ਵਿੱਚ ਹੋਰ ਗਿਰਾਵਟ ਆਏਗੀ ਤੇ ਇਹ ਸੋਲਰ ਪੈਨਲਸ ਹੋਰ ਵੀ ਕਿਫਾਇਤੀ ਦਾਮਾਂ ਤੇ ਉਪਲਬਧ ਹੋ ਪਾਣਗੇ। बड़ा अच्छा इनिशिएटिव लिता है साड़ी इंडियन गवर्नमेंट ने, क्योंकि ਇਹ ਇੰਟਰਨੈਸ਼ਨਲ ਬੋਡੀ ਜਿਹੜੀ ਹੈ ਫਾਰਮ ਹੋਈ ਹੈ 121 ਕੰਟਰੀਆਂ ਦੀ ਮੈਂਬਰ ਹੈਗੀਆਂ ਨੇ। ਇਹਨਾਂ ਦਾ ਜਿਹੜਾ ਮੇਨ ਆਬਜੈਕਟਿਵ ਹੈ ਵੇ ਕਿ ਅਪਾਰਟ ਫਰਮ ਜਿਹੜੇ ਕਿ ਸਾਡੇ ਇੱਥੇ ਵੱਡੇ ਵੱਡੇ ਸੋਲਰ ਫਾਰਮ ਲੱਗ ਰਹੇ ਨੇ ਮੈਗਾਵਾਟ ਸਕੇਲ ਦੇ ਵਿੱਚ, ਜਿਹਦੇ ਵਿੱਚ ਪਾਵਰ ਬਣਾ ਕੇ ਸਪਲਾਈ ਕੀਤੀ ਜਾਂਦੀ ਹੈ ਗ੍ਰਿਡ ਦੇ ਵਿੱਚ, ਉਸ ਤੋਂ ਇਲਾਵਾ ਇਹ ਚਾਹੁੰਦੇ ਨੇ ਕਿ ਜਿਹੜਾ ਵੀ ਛੋਟੇ ਤਬਕੇ ਦਾ ਬੰਦਾ ਹੈ ਕੋਈ ਜਿਹੜਾ, ਕਿਉਂਕਿ ਇੰਡੀਆ ਵਿੱਚ ਰੂਰਲ ਏਰੀਆਜ਼ ਬਹੁਤ ਨੇ ਜਿੱਥੇ ਬਿਲਕੁਲ ਪਾਵਰ ਪਹੁੰਚੀ ਨਹੀਂ ਹੈਗੀ ਤੇ ਉੱਥੇ ਦੇ ਲੋਕਾਂ ਦੇ ਕੋਲ ਐਕਸੈਸ ਹੀ ਨਹੀਂ ਹੈਗੀ ਕਿਸੇ ਤਰੀਕੇ ਦੀ ਇਲੈਕਟ੍ਰਿਸਿਟੀ ਦੀ, ਤੇ ਉਹਦੇ ਵਿੱਚ ਜਿਵੇਂ ਛੋਟੀਆਂ ਪੋਰਟੇਬਲ ਲਾਲਟਨਸ ਹੋਣ, ਹੋਮ ਲਾਈਟਿੰਗ ਸਿਸਟਮ ਹੋਣ, ਉਹਨਾਂ ਦੇ ਗਾਵਾਂ ਦੇ ਵਿੱਚ ਸੋਲਰ ਸਟਰੀਟ ਲਾਈਟਿੰਗ ਹੋਵੇ, ਇਸ ਤਰ੍ਹਾਂ ਦੇ ਵਿੱਚ ਉਹ ਉਨ ਕੰਟਰੀਆਂ ਦੇ ਵਿੱਚ ਇਹ ਲੋਕ ਚਾਹੁੰਦੇ ਨੇ ਕਿ ਸਾਰਾ ਸੋਲਰ ਐਨਰਜੀ ਨੂੰ ਪਹੁੰਚਾਉਣਾ।
ਇਸ ਤੇ ਇਨੀਸ਼ੀਏਟਿਵ ਵਿੱਚ ਇੱਕ ਬੈਨੀਫਿਟ ਇਹ ਹੈਗਾ ਕਿ ਇਹਦੇ ਵਿੱਚ ਜਿਹੜੀਆਂ ਕੁਝ ਕੰਟਰੀ ਮੈਂਬਰ ਨੇ ਜਿਹੜੇ ਕਿ ਬੜੀਆਂ ਡਿਵੈਲਪਡ ਨੇ ਸੋਲਰ ਐਨਰਜੀ ਦੀ ਟੈਕਨੋਲੋਜੀ ਦੇ ਵਿੱਚ, ਉਹ ਵੀ ਇਹਦੇ ਵਿੱਚ ਆ ਗਈਆਂ ਨੇ, ਤੇ ਕੁਝ ਅੰਡਰ ਡਿਵੈਲਪ ਕੰਟਰੀਆਂ ਜਿਹੜੀਆਂ ਕੋਈ ਅਫਰੀਕਨ ਕੰਟਰੀਆਂ, ਉਹ ਕੰਟਰੀਆਂ ਨੇ ਉਹ ਵੀ ਆ ਗਈਆਂ, ਤੇ ਉਹਨਾਂ ਦੇ ਜਿਹੜਾ ਉਹਨਾਂ ਦਾ ਐਕਸਪਰਟਾਈਜ਼ ਹੈਗੀ ਹੈ ਉਹਦਾ ਬੈਨੀਫਿਟ ਬਾਕੀ ਵੀ ਕੰਟਰੀਆਂ ਨੂੰ ਸਭ ਨੂੰ ਮਿਲੇਗਾ। ਕਿਉਂਕਿ ਜਦ ਇਹ ਸਾਰੀ ਐਡਵਾਂਸ ਟੈਕਨੋਲੋਜੀ ਐਟ ਲੋ ਪ੍ਰਾਈਸ ਮਿਲਣੀ ਸ਼ੁਰੂ ਹੋ ਜਾਏਗੀ, ਤੇ ਜਿਹੜੇ ਵੱਡੇ ਵੀ ਪ੍ਰੋਜੈਕਟਸ ਨੇ ਉਹ ਵੀ ਬੜੀ ਤੇਜ਼ੀ ਨਾਲ ਅੱਗੇ ਆਉਣੇ ਸ਼ੁਰੂ ਹੋ ਜਾਣਗੇ। ਜਦ ਬਿਜਲੀ ਜਿਵੇਂ ਅੱਜ ਕੱਲ੍ਹ ਨਵੇਂ ਟੈਂਡਰ ਆ ਰਹੇ ਨੇ, 4 ਰੁਪਏ 4.5 ਰੁਪਏ 5 ਰੁਪਏ ਲੋਕਾਂ ਨੇ ਬਿਜਲੀ ਦੇਣੀ ਸ਼ੁਰੂ ਕਰਤੀ ਹੈ, ਵਿਚ ਇਜ਼ ਕੁਆਇਟ ਇਕਨੋਮਿਕਲ ਈਵਨ ਕੰਪੇਅਰ ਟੂ ਥਰਮਲ ਐਨਰਜੀ। ਤਾਂ ਉਹ ਵੱਡੇ ਪਲਾਂਟ ਤੇ ਆਵਾਂਗੇ। ਅਪਾਰਟ ਫਰਮ ਦਿਸ ਹਾਲੇ ਵੀ ਸਾਡੇ ਪੰਜਾਬ, ਹਰਿਆਣਾ, ਨਾਰਥ ਇੰਡੀਆ ਦੇ ਵਿੱਚ ਦੇਰ ਆਰ ਰੂਰਲ ਏਰੀਆ ਜਿੱਥੇ ਲੋਕਾਂ ਕੋਲ ਬਿਜਲੀ ਦੀ ਬਿਲਕੁਲ ਐਕਸੈਸ ਨਹੀਂ ਹੈਗੀ, ਤਾਂ ਉਹ ਲੋਕ ਵੀ ਬੈਨੀਫਿਟ ਹੋਵਾਂਗੇ ਜਦ ਇਹਦੇ ਵਿੱਚ ਨਵੀਂ ਟੈਕਨੋਲੋਜੀ ਦੇ ਛੋਟੀਆਂ ਲਾਈਟਾਂ ਆਵਾਂਗੀਆਂ ਜਿਹੜੀਆਂ ਉਹਨਾਂ ਦੇ ਕਮਰਿਆਂ ਵਿੱਚ ਉਹਨਾਂ ਨੂੰ ਲਾਈਟਾਂ ਦੇ ਸਕਣ, ਬੱਚੇ ਪੜ੍ਹ ਸਕਣ, ਲੋਕਾਂ ਨੂੰ ਰਾਤੀ 2-3 ਘੰਟੇ ਬਿਜਲੀ ਮਿਲ ਜਾਏ, ਲੋਕੀ ਆਪਣਾ ਖਾਣਾ ਵਾਣਾ ਪਕਾ ਸਕਣ। ਸੋ ਇਨ ਡੈਟ ਕੇਸ ਸਪੈਸ਼ਲੀ ਰੂਰਲ ਏਰੀਆਜ਼ ਵਿਲ ਬੀ ਮੋਰ ਬੈਨੀਫਿਟਡ। ਇਸ ਖਾਸ ਪੇਸ਼ਕਸ਼ ਵਿੱਚ ਸਮਾਂ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਣ ਬ੍ਰੇਕ ਤੋਂ ਬਾਅਦ ਗੱਲ ਕਰਾਂਗੇ ਕਿ ਪਹਿਲਾਂ ਤੋਂ ਹੀ ਆਪਣੀ ਸੋਲਰ ਸਿਟੀ ਦੇ ਰੂਪ ਦੇ ਵਿੱਚ ਪਛਾਣ ਬਣਾ ਚੁੱਕੇ ਚੰਡੀਗੜ੍ਹ ਸ਼ਹਿਰ ਦੇ ਵਿੱਚ ਲੱਗੇ ਪ੍ਰਾਈਵੇਟ ਕੰਜ਼ਿਊਮਰ ਜਿਨ੍ਹਾਂ ਨੇ ਸੋਲਰ ਪੈਨਲਸ ਲਗਵਾਏ ਨੇ, ਉਹ ਸੰਤੁਸ਼ਟ ਨੇ ਇਹਨਾਂ ਸਰਵਿਸਿਜ਼ ਤੋਂ ਜਾਂ ਫਿਰ ਨਹੀਂ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇਸ ਸੈਗਮੈਂਟ ਤੇ ਵੀ ਨਜ਼ਰ ਪਾਵਾਂਗੇ। ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਸਵਾਗਤ ਹੈ। ਹੁਣ ਗੱਲ ਕਰਦੇ ਹਾਂ ਸੌਰ ਊਰਜਾ ਦੇ ਖੇਤਰ ਦੇ ਵਿੱਚ ਨੰਬਰ 1 ਦੀ ਪਛਾਣ ਕਾਇਮ ਕਰਨ ਵਾਲੇ ਸ਼ਹਿਰ ਚੰਡੀਗੜ੍ਹ ਦੀ, ਜਿੱਥੇ ਗ੍ਰੋਸ ਮੀਟਰਿੰਗ ਕੰਸੈਪਟ ਹੇਠ 6 ਘਰਾਂ ਦੇ ਵਿੱਚ ਗ੍ਰੋਸ ਮੀਟਰਿੰਗ ਕੰਸੈਪਟ ਚੱਲ ਰਿਹਾ ਹੈ। ਔਰ ਖਾਸ ਗੱਲ ਇਹ ਹੈ ਕਿ ਕੁਝ ਲੋਕ ਇਹਨਾਂ ਨੋਰਮਸ ਤੋਂ ਸੰਤੁਸ਼ਟ ਨੇ, ਕੁਝ ਲੋਕ ਇਲੈਕਟ੍ਰਿਸਿਟੀ ਡਿਪਾਰਟਮੈਂਟ ਦੀ ਬਿਲਿੰਗ ਤੋਂ ਸੰਤੁਸ਼ਟ ਨੇ, ਜਦਕਿ ਕੁਝ ਲੋਕ ਇਹਨਾਂ ਨੋਰਮਸ ਨੂੰ ਲੰਬਾ ਦੱਸਦੇ ਨੇ, ਜ਼ਿਆਦਾ ਟਾਈਮ ਕੰਜ਼ਿਊਮਿੰਗ ਦੱਸਦੇ ਨੇ। ਕਿਸ ਤਰ੍ਹਾਂ ਦੇ ਤਰਕ ਆਏ ਨੇ, ਆਓ ਜਾਣਦੇ ਹਾਂ। ਚੰਡੀਗੜ੍ਹ ਨੂੰ ਸੋਲਰ ਸਿਟੀ ਦਾ ਦਰਜਾ ਮਿਲੇ ਕਾਫੀ ਸਾਲ ਹੋ ਚੁੱਕੇ ਨੇ, ਲੇਕਿਨ ਹੁਣ ਹੌਲੇ ਤੌਰ ਤੇ ਜੋ ਹੈ ਪ੍ਰਾਈਵੇਟ ਕੰਜ਼ਿਊਮਰਸ ਵੀ ਅੱਗੇ ਆ ਰਹੇ ਨੇ ਔਰ ਸੋਲਰ ਰੂਫਟਾਪ ਜੋ ਪੈਨਲਸ ਨੇ ਉਹਨਾਂ ਨੂੰ ਆਪਣੇ ਘਰਾਂ ਵਿੱਚ ਜਗ੍ਹਾ ਦੇ ਰਹੇ ਨੇ। ਹਾਲਾਂਕਿ ਥੋੜੀ ਜਿਹੀ ਸਟਾਰਟਿੰਗ ਤੇ ਕਾਸਟਲੀ ਇਸ ਨੂੰ ਮੰਨਿਆ ਗਿਆ ਸੀ, ਲੇਕਿਨ ਹੁਣ ਥੋੜਾ ਉਤਸ਼ਾਹ ਵੱਧਦਾ ਨਜ਼ਰ ਆ ਰਿਹਾ ਹੈ, ਕਿਉਂਕਿ ਇੱਕ ਤਾਂ ਹੁਣ ਭਾਰਤ ਪੱਧਰ ਤੇ ਵੀ ਹੁਣ ਸੋਲਰ ਨੂੰ ਲੈ ਕੇ ਬਹੁਤ ਸਾਰੀਆਂ ਜੋ ਹੈ ਇੰਡੀਅਨ ਗਵਰਨਮੈਂਟ ਵੀ ਬਹੁਤ ਹੁਣ ਉਪਰਾਲੇ ਕਰ ਰਹੀ ਹੈ। ਅਜਿਹੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਜੇਕਰ ਗਵਰਨਮੈਂਟ ਅੱਛੇ ਇਨੀਸ਼ੀਏਟਿਵਸ, ਅੱਛੇ ਸਬਸਿਡੀਜ਼ ਲੋਕਾਂ ਨੂੰ ਦਿੰਦੀ ਰਹੇਗੀ ਤੇ ਹੋਰ ਲੋਕ ਅੱਗੇ ਆਣਗੇ। ਫਿਲਹਾਲ ਜਿੰਨੇ ਵੀ ਹੁਣ ਤੱਕ ਪ੍ਰਾਈਵੇਟ ਕੰਜ਼ਿਊਮਰਸ ਨੇ ਚੰਡੀਗੜ੍ਹ ਦੇ ਵਿੱਚ ਆਪਣੇ ਘਰੇ ਇਹ ਪੈਨਲਸ ਲਗਵਾਏ ਨੇ, ਉਹਨਾਂ ਦੇ ਵਿੱਚ ਮਿਸਟਰ NS ਮਾਲਹੀ ਵੀ ਹੈਗੇ ਨੇ 34 ਦੇ ਵਿੱਚ, ਔਰ ਉਹਨਾਂ ਨੇ ਵੀ ਆਪਣੇ ਘਰ ਜੋ 5 ਕਿਲੋਵਾਟ ਦਾ ਹੈ ਸੋਲਰ ਪਲਾਂਟ ਲਗਵਾਇਆ ਹੈ। ਔਰ ਮਿਸਟਰ ਮਾਲੀ ਸਾਡੇ ਨਾਲ ਨੇ। ਕਿਵੇਂ ਇਹ ਜੋ ਇਹਨਾਂ ਦਾ ਪਲਾਂਟ ਹੈ ਕਿਵੇਂ ਬਿਜਲੀ ਦੇ ਰਿਹਾ ਹੈ ਗ੍ਰਿਡ ਨੂੰ, ਇਹ ਬਿਜਲੀ ਜੋ ਬਿਜਲੀ ਵਿਭਾਗ ਨੂੰ ਸਪਲਾਈ ਕਰ ਰਿਹਾ, ਉਹ 8.51 ਰੁਪਏ ਦਾ ਜੋ ਰੇਟ ਹੈ ਇੱਕ ਯੂਨਿਟ ਦਾ, ਜੋ ਉਹਨਾਂ ਨੂੰ ਇਹ ਸੈਟੀਸਫਾਈਡ ਲੱਗਦਾ ਹੈ, ਉਹਨਾਂ ਨੂੰ ਇਹ ਠੀਕ ਲੱਗਦਾ ਹੈ ਰੇਟ, ਉਹਨਾਂ ਨਾਲ ਗੱਲ ਕਰਕੇ ਜਾਣਦੇ ਆ। ਮਿਸਟਰ ਮਾਲੀ, ਜੋ ਇਹ ਰੇਟ ਦੇ ਰਹੀ ਹੈ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ, ਜੋ ਇਲੈਕਟ੍ਰਿਸਿਟੀ ਅਸੀਂ ਕੰਜ਼ਿਊਮ ਕਰਦੇ ਹਾਂ ਉਸ ਨਾਲੋਂ ਅੱਛੇ ਰੇਟ ਦੇ ਰਹੀ ਹੈ ਫਿਲਹਾਲ, ਲੇਕਿਨ ਤੁਸੀਂ ਸੈਟੀਸਫਾਈਡ ਹੋ ਜਿਸ ਤਰ੍ਹਾਂ ਦਾ ਪਲਾਂਟ ਤੁਸੀਂ ਲਗਵਾਇਆ, ਉਨੀ ਉਸਦੀ ਪਰਫਾਰਮੈਂਸ ਹੈ ਜਾਂ ਕੁਝ ਦਿੱਕਤਾਂ ਪੇਸ਼ ਆ ਰਹੀਆਂ? ਪਰਫਾਰਮੈਂਸ ਕਾਫੀ ਅੱਛੀ ਹੈ। ਜੋ ਕੁਝ ਸਾਨੂੰ ਦੱਸਿਆ ਗਿਆ ਸੀਗਾ ਉਹਨਾਂ ਨੇ ਆਪਣੀ ਟੈਕਨੀਕੈਲਿਟੀਜ਼ ਦੇ ਥਰੂ ਆਲਮੋਸਟ ਉਸ ਦੇ ਬਰਾਬਰ ਹੀ ਹੈ। ਬਾਕੀ ਤਾਂ ਸਾਡੀ ਆਪਣੀ ਮਿਹਨਤ ਵੀ ਹੁੰਦੀ ਹੈ ਕਿ ਹਫਤੇ ਵਿੱਚ ਇੱਕ ਵਾਰ ਪੈਨਲਸ ਨੂੰ ਧੋ ਕੇ ਸਾਫ਼ ਕਰਨਾ ਪੈਂਦਾ ਹੈ ਤਾਂ ਕਿ ਤੁਹਾਡੀ ਇਲੈਕਟ੍ਰਿਸਿਟੀ ਜਨਰੇਸ਼ਨ ਪੂਰੀ ਜਾਂ ਜ਼ਿਆਦਾ ਤੋਂ ਜ਼ਿਆਦਾ ਮਿਲੇ। ਅਗਰ ਉਸ ਵਿੱਚ ਤੁਸੀਂ ਸੁਸਤੀ ਕਰ ਜਾਓਗੇ ਤਾਂ ਤੁਹਾਡੀ ਬਿਜਲੀ ਦੀ ਪ੍ਰੋਡਕਸ਼ਨ ਘੱਟ ਹੋਏਗੀ। ਔਰ ਅਸੀਂ ਸਾਰੀ ਦੀ ਸਾਰੀ ਬਿਜਲੀ ਗ੍ਰਿਡ ਨੂੰ ਸਪਲਾਈ ਕਰਦੇ ਹਾਂ ਔਰ ਬਾਇਓਮੀਟ੍ਰਿਕ ਮੈਜ਼ਰਮੈਂਟ ਹੈ ਔਰ ਇਲੈਕਟ੍ਰਿਸਿਟੀ ਡਿਪਾਰਟਮੈਂਟ ਵਾਲੇ 2 ਮਹੀਨੇ ਬਾਅਦ ਆਪਣਾ ਆ ਕੇ ਮੀਟਰ ਪੜ੍ਹ ਜਾਂਦੇ ਹਨ, ਤੇ ਉਸ ਤੋਂ ਬਾਅਦ ਬਿਲਿੰਗ ਉਹਨਾਂ ਨੂੰ ਦੇਈਦੀ ਹੈ ਔਰ ਉਹ ਆਪਣਾ ਤੁਹਾਡੇ ਅਕਾਊਂਟ ਵਿੱਚ ਪੈਸੇ ਜਮ੍ਹਾਂ ਡਾਇਰੈਕਟ ਕਰਵਾ ਦਿੰਦੇ। ਠੀਕ ਹੈ ਮਿਸਟਰ ਮਾਲੀ, ਹੁਣ ਚੰਡੀਗੜ੍ਹ ਦੇ ਵਿੱਚ ਕਾਫੀ ਲੋਕ ਜੋ ਹੈ ਅੱਗੇ ਆ ਰਹੇ ਨੇ, ਲੇਕਿਨ ਇਹ ਕਿਹਾ ਜਾਂਦਾ ਹੈ ਕਿ ਜਿੰਨੀ ਇਸ ਦੀ ਕਾਸਟ ਸਟਾਰਟਿੰਗ ਦੇ ਵਿੱਚ ਇਸ ਨੂੰ ਲਗਾਉਣ 'ਤੇ ਲੱਗਦੀ ਹੈ, ਕਿਉਂਕਿ ਜੇ ਕਿਹਾ ਜਾਂਦਾ ਕਿ 300 ਦਿਨ ਸਾਲ ਦੇ ਵਿੱਚ ਧੁੱਪ ਰਹਿੰਦੀ ਹੈ ਤਾਂ ਸਰਦੀ ਦੇ ਕਈ ਦਿਨ ਹੁੰਦੇ ਜਿਹੜੇ ਧੁੰਦਾਂ 'ਚ ਗੁਜ਼ਰ ਜਾਂਦੇ ਨੇ, ਉਦੋਂ ਇਹ ਸ਼ਾਇਦ ਪਲਾਂਟ ਵਰਕ ਨਹੀਂ ਕਰਦਾ। ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਜੋ ਕਿਹਾ ਜਾਂਦਾ ਉਸ ਤੋਂ ਥੋੜ੍ਹਾ ਘੱਟ ਇਹ ਬਿਜਲੀ ਜਨਰੇਟ ਕਰਦਾ ਹੈ, ਜਾਂ ਥੋੜ੍ਹਾ ਜਿੰਨੀ ਅਸੀਂ ਕਾਸਟ ਉਸ 'ਤੇ ਲਗਾ ਰਹੇ ਹਾਂ ਉਸ ਤੋਂ ਘੱਟ ਹੀ ਸਾਨੂੰ ਜੋ ਹੈ ਵਾਪਸ ਮਿਲਦਾ ਹੈ? ਤੁਸੀਂ ਮੌਸਮ ਦਾ ਤਾਂ ਕੋਈ ਵੀ ਗਰੰਟੀ ਨਹੀਂ ਦੇ ਸਕਦਾ ਕਿ 12 ਮਹੀਨੇ 30 ਦਿਨ ਤੁਹਾਨੂੰ ਪੂਰੀ ਦੀ ਪੂਰੀ ਧੁੱਪ ਮਿਲੇਗੀ। ਉਹ ਤੇ ਉਸ ਤਰ੍ਹਾਂ ਸ਼ਾਰਟਫਾਲ ਤੁਹਾਨੂੰ ਐਕਸੈਪਟ ਕਰਨਾ ਚਾਹੀਦਾ।
ਔਰ ਮੈਂ ਤੇ ਬਲਕਿ ਸਿਰਫ ਬਿਜਲੀ ਦੇ ਲਾਲਚ ਵਾਸਤੇ ਨਹੀਂ ਲਗਵਾਇਆ, ਮੈਂ ਜ਼ਿਆਦਾਤਰ ਦੇਸ਼ ਦੀ એનર્ਜੀ ਪ੍ਰੋਡਕਸ਼ਨ ਔਰ ਸੈਲਫ ਸਫੀਸ਼ੀਐਂਟ ਹੋਣ ਵਾਸਤੇ ਆਪਣਾ ਯੋਗਦਾਨ ਪਾਇਆ। ਔਰ ਇਹਦੇ ਵਿੱਚ ਮੈਂ ਮਹਿਸੂਸ ਕਰਦਾ ਕਿ ਨਾਲੇ ਪੁੰਨ ਤੇ ਨਾਲੇ ਫਲੀਆਂ। ਤੁਹਾਨੂੰ ਦੇਸ਼ ਦੀ એનર્ਜੀ ਸੈਲਫ ਸਫੀਸ਼ੀਐਂਸੀ ਵਾਸਤੇ ਵੀ ਤੁਸੀਂ ਆਪਣਾ ਯੋਗਦਾਨ ਪਾ ਰਹੇ ਹੋ ਔਰ ਬਿਜਲੀ ਦਾ ਤੁਹਾਨੂੰ ਮੁੱਲ ਵੀ ਮਿਲ ਰਿਹਾ ਹੈ। ਜੇਕਰ ਆਉਣ ਵਾਲੇ ਟਾਈਮ ਦੇ ਵਿੱਚ JERC ਹੁਣ ਸਬਸਿਡੀਜ਼ ਰਿਡਿਊਸ ਕਰਦਾ ਹੈ ਜਾਂ ਫਿਰ ਰੇਟਸ ਜੋ ਹੁਣ 8 ਰੁਪਏ 51 ਪੈਸੇ ਚੰਡੀਗੜ੍ਹ ਦੇ ਵਿੱਚ ਮਿਲ ਰਿਹਾ ਹੈ, ਔਰ ਤੁਹਾਨੂੰ ਲੱਗਦਾ ਹੈ ਜੇਕਰ ਉਹ ਰੇਟ ਨੂੰ ਘੱਟ ਕਰ ਦਿੱਤਾ ਗਿਆ ਆਪਣੀ ਜੋ ਚੀਜ਼ ਆਪਣੀ ਰਿਕੁਆਇਰਮੈਂਟ ਪੂਰੀ ਕਰਨ ਵਾਸਤੇ, ਤਾਂ ਲੋਕ ਜੋ ਹੁਣ ਅੱਗੇ ਆ ਰਹੇ ਨੇ ਵੱਡੇ ਪੱਧਰ ਤੇ ਉਹਨਾਂ ਦੇ ਵਿੱਚ ਕਮੀ ਆਏਗੀ? ਰੇਟ ਹੈ ਇਹ ਜਿਤਨਾ ਤੁਹਾਡਾ ਖਰਚਾ ਹੋਇਆ 25 ਸਾਲਾਂ ਦੇ ਵਿੱਚ ਉਹ ਪੂਰਾ ਹੋਣ ਵਾਲਾ ਨਹੀਂ ਹੈ, ਬਲਕਿ ਅਗਰ ਰੇਟ ਹੋਰ ਘਟਾ ਦਿੱਤਾ ਜਾਏਗਾ ਤਾਂ ਕੁਝ ਹੋਰ ਡੈਫੀਸ਼ੀਐਂਸੀ ਰਹਿ ਜਾਏਗੀ। ਜ਼ਿਆਦਾਤਰ ਤਾਂ ਇਹ ਹੈ ਕਿ ਦੇਖੋ ਸਬਸਿਡੀ ਹੈ, ਤੁਹਾਡਾ ਖਰਚਾ ਪਹਿਲੇ ਹੋ ਗਿਆ ਹੈ, ਤੁਸੀਂ ਫਿਰ ਆਪਣਾ ਪਾਉਂਦੇ ਹੋ ਜੋ ਸਿਸਟਮ ਦੇ ਵਿੱਚ ਹੈ ਕਿ ਇਹ ਤੁਹਾਡੀ ਇਨਕਮ ਜਨਰੇਸ਼ਨ ਹੋ ਗਈ, ਕਾਊਂਟ ਹੁੰਦੀ ਹੈ, ਉਹਦੇ ਉੱਪਰ ਤੁਸੀਂ ਟੈਕਸ ਵੀ ਪੇ ਕਰਨਾ ਹੈ। So actually speaking, it is already at the lowest level. It should not be reduced. ਸਾਡੇ ਨਾਲ ਮਿਸਟਰ ਗੁਰਦੇਵ ਸਿੰਘ ਗਿੱਲ, ਜਿਨ੍ਹਾਂ ਦੇ ਘਰ ਅਸੀਂ ਕਹਿ ਸਕਦੇ ਹਾਂ ਚੰਡੀਗੜ੍ਹ ਦੇ ਵਿੱਚ ਕਈ ਸਾਰੇ ਸੋਲਰ ਪਾਵਰ ਪਲਾਂਟਸ ਜੋ ਹੈ ਉਹ ਇੰਸਟਾਲਡ ਨੇ, ਚਾਹੇ ਉਹ ਰੂਫਟੌਪ ਪੈਨਲ ਦੀ ਗੱਲ ਹੋਵੇ ਜੋ ਕਿ ਪਿਛਲੇ ਸਾਲ ਜੋ ਫਰਸਟ ਇਨੀਸ਼ੀਏਟਿਵਸ ਲਏ ਗਏ ਨੇ ਪ੍ਰਾਈਵੇਟ ਕੰਜ਼ਿਊਮਰਸ ਵੱਲੋਂ, ਤਾਂ ਮਿਸਟਰ ਗੁਰਦੇਵ ਸਿੰਘ ਗਿੱਲ ਦੀ ਐਪਲੀਕੇਸ਼ਨ ਫਰਸਟ ਮੈਂਬਰਸ ਦੇ ਵਿੱਚ ਸੀ, ਜਾਂ ਫਿਰ ਗੱਲ ਹੋਵੇ ਜੋ ਸਾਡੇ ਸੋਲਰ ਹੀਟਿੰਗ ਪਲਾਂਟਸ ਹੁੰਦੇ ਨੇ ਉਹ ਵੀ ਇਹਨਾਂ ਵੱਲੋਂ ਕਾਫੀ ਸਾਲਾਂ ਪਹਿਲਾਂ ਲਗਵਾ ਲਏ ਗਏ। ਇਹਨਾਂ ਘਰੇ ਇਸ ਵੇਲੇ 2 ਸੋਲਰ ਰੂਫਟੌਪ ਪਲਾਂਟਸ ਜੋ ਹੈ ਉਹ ਇੰਸਟਾਲਡ ਨੇ, ਇੱਕ 2 ਕਿਲੋਵਾਟ ਦਾ ਜਦਕਿ ਇੱਕ 10 ਕਿਲੋਵਾਟ ਦਾ, ਔਰ 2 ਕਿਲੋਵਾਟ ਨਾਲ ਜਿੱਥੇ ਆਪਣੇ ਘਰ ਦੇ ਵਿੱਚ ਜੋ ਹੈ ਉਹ ਆਪਣੀ ਜੋ ਕਮੀਆਂ ਪੇਸ਼ੀਆਂ ਨੇ ਬਿਜਲੀ ਦੇ ਤੌਰ ਤੇ ਪੇਸ਼ ਆਉਂਦੀਆਂ ਨੇ ਉਹ ਕੰਪਲੀਟ ਕਰ ਰਹੇ ਨੇ, ਤੇ 10 ਕਿਲੋਵਾਟ ਇਹ ਇਲੈਕਟ੍ਰਿਸਿਟੀ ਡਿਪਾਰਟਮੈਂਟ ਨੂੰ ਸਪਲਾਈ ਕਰ ਰਹੇ ਨੇ, ਜਿਸ ਦੇ ਬਦਲੇ ਉਹਨਾਂ ਨੂੰ 8 ਰੁਪਏ 51 ਪੈਸੇ ਦੀ ਯੂਨਿਟ ਦੇ ਹਿਸਾਬ ਨਾਲ ਪੈਸੇ ਮਿਲ ਰਹੇ ਨੇ। ਮਿਸਟਰ ਗੁਰਦੇਵ ਸਿੰਘ ਗਿੱਲ ਸਾਡੇ ਨਾਲ ਨੇ ਔਰ ਉਹਨਾਂ ਦਾ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਰਿਹਾ ਹੈ ਇਹਨਾਂ ਸੋਲਰ ਪੈਨਲ ਪਲਾਂਟਸ ਦੇ ਜ਼ਰੀਏ, ਉਹਨਾਂ ਨਾਲ ਗੱਲ ਕਰਕੇ ਜਾਣਦੇ ਹਾਂ। ਸਰ, ਤੁਸੀਂ ਜਿਵੇਂ ਬਹੁਤ ਘੱਟ ਰਹਿੰਦੇ ਹੋ ਇੰਡੀਆ ਦੇ ਵਿੱਚ, ਜ਼ਿਆਦਾ ਤੁਸੀਂ ਕੈਨੇਡਾ ਵਿੱਚ ਬੇਸਡ ਹੋ, ਲੇਕਿਨ ਹੁਣ ਤੱਕ ਦੀ ਜੇਕਰ ਪਰਫਾਰਮੈਂਸ ਹੈ, ਚਾਹੇ ਤੁਸੀਂ ਇੱਥੇ ਹੋਵੋ ਜਾਂ ਤੁਹਾਨੂੰ ਜਿਸ ਤਰ੍ਹਾਂ ਦੀ ਰਿਪੋਰਟਸ ਮਿਲਦੀਆਂ ਨੇ ਇਹਨਾਂ ਪੈਨਲਸ ਦੀ, ਉਹ ਕਿਸ ਤਰ੍ਹਾਂ ਦੀ ਰਹੀ ਹੈ? ਬਹੁਤ ਸੋਹਣੀ ਰਿਸਪੌਂਸ ਹੈ। ਇਟਸ ਅ ਗੁੱਡ ਸਿਸਟਮ ਐਂਡ ਸੋ ਫਾਰ ਆਈ ਐਮ ਵੈਰੀ ਹੈਪੀ। ਆਈ ਓਨਲੀ ਹੈਡ them ਫॉर 2-3 ਮਹੀਨੇ ਹੋਏ ਆ, ਪਰ I mean they working properly, ਬਹੁਤ ਅੱਛੇ ਚੱਲ ਰਹੇ ਹਨ। ਯੂਨਿਟ ਦੇ ਹਿਸਾਬ ਨਾਲ ਜੇਕਰ ਗੱਲ ਕੀਤੀ ਜਾਏ, ਲਾਈਕ ਐਜ਼ ਐਨ ਕੰਟਰੀ ਦੇ ਵਿੱਚ ਧੁੱਪ ਵਾਲੇ ਦਿਨ ਕਾਫੀ ਹੁੰਦੇ ਨੇ, ਬਟ ਸਟਿਲ ਦੇਰ ਆਰ ਸਮ ਸੀਜ਼ਨਸ ਜਿਹਦੇ ਵਿੱਚ ਧੁੱਪ ਘੱਟ ਮਿਲਦੀ ਹੈ ਸੋਲਰ ਪੈਨਲਸ ਨੂੰ। ਸੋ ਕੰਪੈਰੇਟਿਵਲੀ ਜੋ ਗਰਮੀ ਦੇ ਵਿੱਚ ਤੁਹਾਡੇ ਬਿੱਲ ਆਏ ਨੇ ਜਾਂ ਜੋ ਤੁਹਾਨੂੰ ਇਲੈਕਟ੍ਰਿਸਿਟੀ ਡਿਪਾਰਟਮੈਂਟ ਵੱਲੋਂ ਪੇਮੈਂਟ ਕੀਤੀ ਗਈ ਹੈ, ਕੰਪੈਰੇਟਿਵਲੀ ਸਰਦੀਆਂ ਜਾਂ ਇਸ ਮਹੀਨੇ ਦਾ ਜੋ ਬਿੱਲ ਆਇਆ ਉਹਦੇ ਮੁਕਾਬਲੇ ਕਿੰਨਾ ਫਰਕ ਹੈ? ਮੇਰੇ ਕੋਲ 50% ਲੈਸ। ਹਾਂ, ਜਿਹੜੇ ਪਿਛਲਾ ਬਿੱਲ ਆਇਆ 50 ਤੋਂ ਵੀ ਘੱਟ ਹੋ ਸਕਦਾ, 8000 ਦਾ ਆਇਆ। ਪਹਿਲਾ ਸਾਡਾ ਬਿੱਲ 22000 ਦਾ ਆਇਆ। ਸੋ ਉਹ ਵੀ ਉਸ ਵਕਤ ਵੀ ਪੂਰੀ ਧੁੱਪ ਨਹੀਂ ਸੀ, ਇੱਕ ਦਫਾ ਪੂਰੀ ਧੁੱਪ ਆ ਗਈ ਤਾਂ ਬਹੁਤ ਅੱਛਾ ਔਰ ਵੀ ਜ਼ਿਆਦਾ ਬਿੱਲ ਆਏਗਾ ਗਰਮੀਆਂ में। ਤੁਸੀਂ ਗੱਲ ਕੀਤੀ ਕਿ ਥੋੜਾ ਜਿਹਾ ਲੰਬਾ ਪ੍ਰੋਸੈਸ ਹੈ ਇਲੈਕਟ੍ਰਿਸਿਟੀ ਡਿਪਾਰਟਮੈਂਟ ਦੀ ਤਰਫ ਤੋਂ, ਦੇ ਚੈੱਕ ਐਵਰੀਥਿੰਗ ਕਿ ਤੁਹਾਡੇ ਕੋਲ ਕਿੰਨੀ ਕੁ ਥਾਂ ਹੈ, ਉਦੋਂ ਬਾਅਦ 2 ਜਾਂ 3 ਮੰਥਸ ਦਾ ਜੋ ਇਹ ਟਾਈਮ ਲੱਗ ਜਾਂਦਾ ਹੈ ਇਨੀਸ਼ੀਅਲੀ, ਬਿਕਾਜ਼ ਸਿੰਸ ਯੂ ਵਰ ਦ ਵਨ ਜਿਨ੍ਹਾਂ ਦੇ ਘਰੇ ਇਹ ਸਭ ਤੋਂ ਪਹਿਲਾਂ ਲੱਗਿਆ ਹੈ, ਤੁਹਾਨੂੰ ਕਿਸ ਤਰ੍ਹਾਂ ਦੀ ਮੁਸ਼ਕਿਲਾਤ ਪੇਸ਼ ਆਏ ਔਰ ਤੁਹਾਨੂੰ ਲੱਗਦਾ ਆਉਣ ਵਾਲੇ ਟਾਈਮ ਦੇ ਵਿੱਚ ਇਹ ਚੀਜ਼ਾਂ ਰਿਜ਼ੋਲਵ ਹੋਣੀਆਂ ਚਾਹੀਦੀਆਂ ਨੇ ਜਲਦੀ ਤੋਂ ਜਲਦੀ? ਇਹ ਤਾਂ ਜਲਦੀ ਤੋਂ ਜਲਦੀ ਰਿਜ਼ੋਲਵ ਹੋਣੇ ਚਾਹੀਦੀਆਂ। ਦੇਖੋ 2 ਮਹੀਨੇ ਲੱਗ ਗਏ ਮੈਨੂੰ ਪ੍ਰੂਵ ਕਰਨ ਲਈ who's the owner of this house before we got anywhere else, ਹੋਰ ਕਿਤੇ ਵਧੇ। ਉਹਨਾਂ ਨੂੰ ਓਨਰਸ਼ਿਪ 'ਚ ਕਿਉਂ ਇੰਟਰਸਟ ਆ? why they should be interested in ownership at all? ਕੋਈ ਬੇਵਕੂਫ ਬੰਦਾ ਤਾਂ ਹੈ ਨਹੀਂ ਕਿਸੇ ਦੇ ਘਰ 8-9 ਲੱਖ ਦਾ ਇਨਵੈਸਟਮੈਂਟ ਕਰਕੇ ਚਲੇ ਜਾਏਗਾ, ਬਾਕੀ ਪੈਸੇ ਜਾਣੇ ਆ whoever the bank account is given। so procedure should be ਬਹੁਤ ਸਿੰਪਲ ਹੋਣਾ ਚਾਹੀਦਾ। ਲੋਕ ਸਾਰੇ ਬਿਜ਼ੀ ਆ, ਲੋਕ ਫਰਸਟ੍ਰੇਟ ਹੋ ਜਾਂਦੇ ਵੀ ਇੰਨੀ, ਮੈਂ ਤਾਂ ਵਿਹਲਾ ਬੰਦਾ ਸੋ ਇਸ ਕਰਕੇ ਮੈਨੂੰ ਫਰਕ ਨਹੀਂ ਆ, ਲੇਕਿਨ ਸੋ ਮੈਨੀ ਪੀਪਲ ਆਰ ਵਰਕਿੰਗ, ਬੜਾ ਮੁਸ਼ਕਿਲ ਹੋ ਜਾਂਦਾ। ਸਿੰਪਲ ਪ੍ਰੋਸੀਜਰ। ਹੁਣ ਦੂਸਰਾ ਪ੍ਰੋਸੀਜਰ ਹੈ ਮਗਰੋਂ ਨਹੀਂ, ਜਿਸ ਵੇਲੇ ਪੇਮੈਂਟ ਕਰਦੇ ਆ ਨਾ ਉਹ ਤੁਹਾਨੂੰ ਚੈੱਕ ਕਰਨ ਆਉਂਦੇ ਮੀਟਰ, ਉਹ ਠੀਕ ਚੀਜ਼, ਇੱਕ ਬੰਦਾ ਤੁਹਾਡਾ ਇੱਕ ਉਹਨਾਂ ਦਾ, ਪਰ ਜਿੱਦਾਂ ਬਾਕੀ ਇਲੈਕਟ੍ਰੀਸਿਟੀ ਨੂੰ
ਬਿੱਲ ਆਪਣਾ ਮੀਟਰ ਪੜ੍ਹ ਕੇ ਜਾਂਦੇ, ਉਸੇ ਤਰੀਕੇ ਨਾਲ ਤੁਹਾਨੂੰ ਪੈਸੇ ਦੇ ਦੇਣ ਸਿੱਧੇ। ਉਹਦੇ 'ਚ ਵੀ ਕਈ ਹੈਗਾ ਥੋੜ੍ਹਾ ਬਹੁਤਾ ਪ੍ਰੋਸੀਜਰ ਜਿਹਦੀ ਜ਼ਰੂਰਤ ਨਹੀਂ ਹੈ। ਤਕਰੀਬਨ 6 ਮਹੀਨੇ ਪਹਿਲਾਂ ਚੰਡੀਗੜ੍ਹ ਵਿੱਚ ਲਾਗੂ ਹੋਏ ਗ੍ਰੌਸ ਅਤੇ ਨੈਟ ਮੀਟਰਿੰਗ ਦੀ ਬਿਲਿੰਗ ਪ੍ਰੋਸੈਸ ਵਿੱਚ ਕੁਝ ਕਮੀਆਂ ਜਾਪਦੀਆਂ ਨੇ, ਜਿਵੇਂ ਕਿ ਗ੍ਰੌਸ ਮੀਟਰਿੰਗ ਲਈ ਜਿਸ ਤਾਦਾਦ ਵਿੱਚ ਲੋਕਾਂ ਦੀਆਂ ਅਰਜ਼ੀਆਂ ਆ ਰਹੀਆਂ ਹਨ, ਉਸ ਰਫ਼ਤਾਰ ਨਾਲ ਇਲੈਕਟ੍ਰਿਸਿਟੀ ਡਿਪਾਰਟਮੈਂਟ ਵੱਲੋਂ ਕਲੀਅਰੈਂਸ ਨਹੀਂ ਦਿੱਤੀ ਜਾ ਰਹੀ, ਜਿਸ ਕਾਰਨ ਹੁਣ ਤੱਕ ਕੁੱਲ 6 ਪ੍ਰਾਈਵੇਟ ਕੰਜ਼ਿਊਮਰਸ ਨੂੰ ਹੀ ਗ੍ਰੌਸ ਮੀਟਰਿੰਗ ਦੇ ਬਦਲੇ ਬਿਲਿੰਗ ਦਿੱਤੀ ਜਾ ਰਹੀ ਹੈ, ਜਦਕਿ ਇਸ ਬਾਰੇ ਕੁੱਲ 17 ਅਰਜ਼ੀਆਂ ਚੰਡੀਗੜ੍ਹ ਦੇ ਵਸਨੀਕਾਂ ਵੱਲੋਂ ਬਿਜਲੀ ਵਿਭਾਗ ਨੂੰ ਭੇਜੀਆਂ ਜਾ ਚੁੱਕੀਆਂ ਨੇ। ਜਦਕਿ ਕੁਝ ਕੰਜ਼ਿਊਮਰਸ ਦੀ ਸ਼ਿਕਾਇਤ ਇਹ ਵੀ ਹੈ ਕਿ ਵਿਭਾਗ ਵੱਲੋਂ ਇਹਨਾਂ ਪ੍ਰਾਈਵੇਟ ਕੰਜ਼ਿਊਮਰਸ ਨੂੰ ਹਾਲੇ ਤੱਕ ਪਾਵਰ ਪਰਚੇਜ਼ ਐਗਰੀਮੈਂਟ ਤੱਕ ਵੀ ਨਹੀਂ ਦਿੱਤਾ ਗਿਆ। ਨਹੀਂ, ਇਸ ਤਰ੍ਹਾਂ ਨਹੀਂ ਹੈ, ਕਿਉਂਕਿ ਇਹ ਫਸਟ ਟਾਈਮ ਅਸੀਂ ਵੀ ਕਰ ਰਹੇ ਹਾਂ, ਤਾਂ ਕੰਜ਼ਿਊਮਰ ਵੀ ਫਸਟ ਟਾਈਮ ਕਰ ਰਹੇ ਨੇ, ਤਾਂ ਇੱਕ ਇਨੀਸ਼ੀਅਲ ਹੈਜ਼ਿਟੇਸ਼ਨ ਉਹਨਾਂ ਦੇ ਮਨ 'ਚ ਵੀ ਕਹੀ ਹੈ ਕਿ ਪੈਸੇ ਸ਼ਾਇਦ ਮਿਲਣਗੇ ਨਹੀਂ ਮਿਲਣਗੇ। ਤਾਂ ਅੱਜ ਤੱਕ ਅਸੀਂ ਦੋ ਤਰ੍ਹਾਂ ਦੇ ਸੋਲਰ ਦੇ ਸਿਸਟਮ ਹੈ, ਇੱਕ ਨੈਟ ਮੀਟਰਿੰਗ, ਇੱਕ ਗ੍ਰੌਸ ਮੀਟਰਿੰਗ। ਅੱਜ ਤੱਕ ਸਾਡੇ ਕੋਲ 114 ਕਨੈਕਸ਼ਨ ਜਿਹੜੇ ਉਹ ਨੈਟ ਮੀਟਰਿੰਗ 'ਚ ਅਪਲਾਈ ਹੋਏ ਨੇ, ਜਿਸ 'ਚ 95 ਸਾਡੇ ਕੋਲ ਗਵਰਨਮੈਂਟ 'ਚ ਔਰ 19 ਪ੍ਰਾਈਵੇਟ 'ਚ ਹੋਏ ਨੇ। ਗ੍ਰੌਸ ਮੀਟਰਿੰਗ 'ਚ ਸਾਡੇ ਕੋਲ 17 ਐਪਲੀਕੇਸ਼ਨਾਂ ਪ੍ਰਾਈਵੇਟ ਤੋਂ ਆਈਆਂ ਹੋਈਆਂ, ਘਰਾਂ ਤੋਂ, ਸਕੂਲਾਂ ਤੋਂ, ਜਿਸ 'ਚ 6 ਕਨੈਕਸ਼ਨ ਅਸੀਂ ਰਿਲੀਜ਼ ਕਰ ਦਿੱਤੇ। ਇਹ ਪ੍ਰੋਸੈਸ ਹੈ ਇੱਕ ਰਿਲੀਜ਼ ਕਰਨ ਦਾ ਕਿ ਤੁਸੀਂ ਜਦ ਸਾਡੇ ਕੋਲ ਪਹਿਲਾਂ ਅਪਲਾਈ ਕਰੋਗੇ, ਅਸੀਂ ਤੁਹਾਨੂੰ ਟੈਕਨੀਕਲ ਫਿਜ਼ੀਬਿਲਿਟੀ ਦੇਵਾਂਗੇ, ਫਿਰ 180 ਦਿਨਾਂ ਦੇ ਅੰਦਰ ਅੰਦਰ ਤੁਸੀਂ ਪਲਾਂਟ ਲਗਾਓਗੇ, ਔਰ ਪਲਾਂਟ ਲਗਾਉਣ ਦੇ ਬਾਅਦ ਤੁਸੀਂ ਉਹਨੂੰ ਇਲੈਕਟ੍ਰੀਕਲ ਇੰਸਪੈਕਸ਼ਨ ਤੋਂ ਕਲੀਅਰ ਕਰਾਓਗੇ। ਇਲੈਕਟ੍ਰੀਕਲ ਇੰਸਪੈਕਟਰ ਕਲੀਅਰ ਕਰੇਗਾ ਤਾਂ ਹੀ ਕਿਸੇ ਵੀ, ਕਿਉਂਕਿ ਇਹ ਜਨਰੇਟਿੰਗ ਪਲਾਂਟ ਹੈ, ਜਨਰੇਸ਼ਨ ਕਰ ਰਹੇ ਹੋ, ਤਾਂ ਉਹ ਤਾਂ ਹੀ ਅਸੀਂ ਉਹਨੂੰ ਕਨੈਕਸ਼ਨ ਦੇ ਸਕਦੇ ਹਾਂ। ਤੇ ਇਸ ਤਰ੍ਹਾਂ ਤਾਂ ਸਾਰੇ ਪ੍ਰੋਸੈਸ 'ਚ ਨੇ। ਕੁਛ ਐਪਲੀਕੇਸ਼ਨਾਂ ਇਲੈਕਟ੍ਰੀਕਲ ਇੰਸਪੈਕਟਰ ਕੋਲ ਹੈਗੀਆਂ ਕੰਸੀਡਰੇਸ਼ਨ ਲਈ, ਅਸੀਂ ਰਿਲੀਜ਼ ਕਰ ਚੁੱਕੇ ਹਾਂ। ਤਾਂ ਇਸ ਤਰ੍ਹਾਂ ਨਹੀਂ, ਇਹ ਹੁਮ ਆ ਕੇ ਸਾਰਾ ਚੱਲ ਰਿਹਾ ਹੈ। ਜੋ ਪ੍ਰੋਸੈਸ ਅੱਜ ਤੋਂ 6 ਮਹੀਨੇ ਪਹਿਲਾਂ ਸੀ, ਉਸ ਤੋਂ ਕਾਫੀ ਹੁਣ ਵੱਧ ਰਹੇ ਨੇ। ਪਾਵਰ ਪਰਚੇਜ਼ ਦਾ ਜਿਹੜਾ ਐਗਰੀਮੈਂਟ ਹੈ, ਕਈ ਲੋਕ ਕਹਿ ਰਹੇ ਨੇ ਕਿ ਉਹ ਨਹੀਂ ਕੀਤਾ ਗਿਆ, ਇਹਦੇ ਵਿੱਚ ਕੀ ਲੈਕ ਹੈ, ਕੀ ਸਿਸਟਮ ਕੀ ਹੈ? ਇੱਕ ਡਰਾਫਟ ਪਾਵਰ ਪਰਚੇਜ਼ ਐਗਰੀਮੈਂਟ ਨਾ ਰੈਗੂਲੇਟਰੀ ਕਮਿਸ਼ਨ ਨੇ ਭੇਜਿਆ ਸੀ, ਤਾਂ ਅਸੀਂ ਉਹ ਜਿਹੜੇ ਵੀ ਕੰਜ਼ਿਊਮਰਸ ਨੇ ਉਹਨਾਂ ਨੂੰ ਭੇਜਿਆ, ਉਹਨਾਂ ਦੀ ਕੋਈ ਆਬਜ਼ਰਵੇਸ਼ਨ ਆਈਆਂ ਹੋਈਆਂ, ਉਸ ਨੂੰ ਕੁਝ ਅਮੈਂਡਮੈਂਟ ਕਰਾਉਣ ਲਈ ਅਸੀਂ ਫਿਰ ਆਪਣੇ ਰੈਗੂਲੇਟਰੀ ਕਮਿਸ਼ਨ ਗੁੜਗਾਵਾਂ ਨੂੰ ਭੇਜਿਆ ਹੋਇਆ ਕਿ ਕੰਜ਼ਿਊਮਰ ਚਾਹੁੰਦੇ ਨਹੀਂ ਕਿ ਇਸ ਨੂੰ, ਇਹ ਉਹਨਾਂ ਦੀ ਵੀ ਗੱਲ ਸੁਣ ਲਈ ਜਾਏ। ਉਹ ਕਮਿਸ਼ਨ ਦੇ ਐਕਟਿਵ ਕੰਸੀਡਰੇਸ਼ਨ 'ਚ ਹੈ, ਪਰ ਉਸ ਕਰਕੇ ਅਸੀਂ ਕਿਸੇ ਦੀ ਪੇਮੈਂਟ ਨਹੀਂ ਰੋਕੀ। ਜੋ 8 ਰੁਪਏ 51 ਪੈਸੇ ਦੇਣੇ ਸੀ, ਜਿਸ ਦਿਨ ਤੋਂ ਉਹਨਾਂ ਦਾ ਪਲਾਂਟ ਕਮਿਸ਼ਨ ਹੋ ਗਿਆ, ਜਿੰਨੇ ਯੂਨਿਟ ਅਸੀਂ ਉਹਨਾਂ ਨੇ ਸਾਨੂੰ ਦਿੱਤੇ ਨੇ, ਉਸ ਹਿਸਾਬ ਨਾਲ ਅਸੀਂ ਪੇਮੈਂਟ ਕਰੇ ਜਾ ਰਹੇ। ਤਾਂ ਇਹ PPA ਤੇ ਇੱਕ ਲੌਂਗ ਟਰਮ ਹੈ, ਤਾਂ ਉਹ ਜੋ ਨਿਟੀਗ੍ਰਿਟੀਜ਼ ਥੋੜ੍ਹੀ ਜਿਹੀ ਹੈਗੀਆਂ ਉਹ ਠੀਕ ਹੋ ਜਾਣਗੇ, ਉਹ ਕਰ ਲਾਂਗੇ, ਕੋਈ ਪ੍ਰੋਬਲਮ ਨਹੀਂ। ਸੋ ISA ਦੇ ਇਸ ਪਲੇਟਫਾਰਮ ਦੇ ਨਾਲ ਹੀ ਜ਼ਾਹਿਰ ਤੌਰ ਤੇ ਭਾਰਤ ਆਉਣ ਵਾਲੇ ਸਾਲਾਂ ਦੌਰਾਨ ਆਪਣੀ ਇੱਕ ਮਜ਼ਬੂਤ ਥਾਂ ਨਿਸ਼ਚਿਤ ਕਰ ਲਏਗਾ ਸੌਰ ਊਰਜਾ ਦੇ ਖੇਤਰ ਦੇ ਵਿੱਚ। ਪਰ ਹੁਣ ਇੱਥੇ ਜ਼ਰੂਰੀ ਹੋ ਜਾਂਦਾ ਹੈ ਕਿ ਜੋ ਸਕੀਮਜ਼, ਜੋ ਸਬਸਿਡੀਜ਼ ਔਰ ਜੋ ਇਲੈਕਟ੍ਰਿਸਿਟੀ ਰੇਟਸ ਲੋਕਾਂ ਲਈ ਨਿਸ਼ਚਿਤ ਕੀਤੇ ਨੇ ਸੌਰ ਊਰਜਾ ਵੱਲ ਉਤਸ਼ਾਹਿਤ ਕਰਨ ਦੇ ਲਈ, ਸਰਕਾਰ ਵੱਲੋਂ ਉਹਨਾਂ ਨੂੰ ਆਉਣ ਵਾਲੇ ਸਾਲਾਂ ਦੌਰਾਨ ਵੀ ਕਾਇਮ ਰੱਖਿਆ ਜਾਏ ਔਰ ਕਿਸੇ ਤਰੀਕੇ ਦੀ ਝੂਠੇ ਲਾਰੇ ਨਾ ਲਗਾਏ ਜਾਣ। ਜੋ ਕਿ ਹੁਣ ਸਕੀਮਜ਼ ਲਗਾਈਆਂ ਗਈਆਂ ਹਨ, ਉਸ ਨੂੰ ਕੱਲ੍ਹ ਨੂੰ ਜੇਕਰ ਘੱਟ ਕਰ ਦਿੱਤਾ ਜਾਂਦਾ ਹੈ ਤਾਂ ਜ਼ਾਹਿਰ ਤੌਰ ਤੇ ਲੋਕਾਂ ਦਾ ਇੰਟਰਸਟ ਸੌਰ ਊਰਜਾ 'ਚੋਂ ਘੱਟਦਾ ਨਜ਼ਰ ਆਏਗਾ। ਫਿਲਹਾਲ ਇਸੇ ਉਮੀਦ ਦੇ ਨਾਲ ਕਿ ਆਉਣ ਵਾਲੇ ਸਾਲਾਂ ਦੌਰਾਨ ਭਾਰਤ ਆਪਣੀ ਥਾਂ ਇੱਕ ਮਜ਼ਬੂਤ ਦਾਅਵੇਦਾਰ ਵਜੋਂ ਪੇਸ਼ ਕਰੇਗਾ ISA ਦੇ ਮਾਧਿਅਮ ਰਾਹੀਂ ਸੌਰ ਊਰਜਾ ਦੇ ਖੇਤਰ ਦੇ ਵਿੱਚ, ਇਸੇ ਉਮੀਦ ਦੇ ਨਾਲ, ਔਰ ਸੌਰ ਸਿਟੀ ਦਾ ਦਰਜਾ ਜੋ ਚੰਡੀਗੜ੍ਹ ਨੂੰ ਮਿਲ ਚੁੱਕਿਆ ਹੈ, ਇਹ ਕਾਇਮ ਰਹੇਗਾ ਆਉਣ ਵਾਲੇ ਸਾਲਾਂ ਦੇ ਵਿੱਚ। ਅੱਜ ਦੀ ਇਸ ਖਾਸ ਰਿਪੋਰਟ ਦੇ ਵਿੱਚ ਬਸ ਇੰਨਾ ਹੀ। ਬਾਕੀ ਖਬਰਾਂ ਦੇ ਲਈ ਤੁਸੀਂ ਬਣੇ ਰਹੋ DTC ਨਿਊਜ਼ ਦੇ ਨਾਲ।